ਮਾਤਾ ਜੀ ਦਾ ਅਕਾਲ ਚਲਾਣਾ ਕਰਨਾ। ਤਿੰਨ ਧਨ ਜਣੇ ਦੀ ਮਾਉ ਆਏ ਸਫਲ ਸੇ। ਜਿਹੜੇ ਗੁਰੂ ਪਿਆਰੇ ਸੰਤ ਮਹਾਂਪੁਰਸ਼ ਸੰਸਾਰ ਤੇ ਆ ਕੇ ਨਾਮ ਜਪਦੇ ਹਨ, ਆਪਣਾ ਜਨਮ ਸਫਲਾ ਕਰ ਜਾਂਦੇ ਹਨ। ਉਹਨਾਂ ਨੂੰ ਜਨਮ ਦੇਣ ਵਾਲੀ ਉਹਨਾਂ ਦੀ ਮਾਤਾ ਨੂੰ ਬਾਬਾ ਫਰੀਦ ਜੀ ਕਹਿੰਦੇ ਹਨ ਕਿ ਉਹ ਧੰਨਤਾ ਯੋਗ ਹੈ। ਸੰਤ ਜੀ ਦੇ ਮਾਤਾ ਜੀ ਦਾ ਅੰਤ ਸਮਾਂ ਕਿਵੇਂ ਆਇਆ, ਇਸ ਬਾਰੇ ਸੰਤ ਬਾਬਾ ਜੀ ਨੇ ਕਿਤੇ ਚੱਲਦੀ ਗੱਲ ਤੇ ਆਪ ਸੁਣਾਇਆ ਸੀ, ਜੋ ਉਹਨਾਂ ਦੇ ਸ਼ਬਦਾਂ ਵਿੱਚ ਹੀ ਹੇਠ ਅਨੁਸਾਰ ਦੇ ਰਿਹਾ ਹਾਂ। ਜਦੋਂ ਅੰਤ ਸਮਾਂ ਆਇਆ ਤਾਂ ਬਿਮਾਰ ਹੋਣ ਕਾਰਨ ਮਾਤਾ ਜੀ ਮੰਜੇ ਤੇ ਪਏ ਸਨ। ਉਹਨਾਂ ਨੂੰ ਅੰਦਰੋਂ ਹੀ ਗਿਆਨ ਹੋਇਆ ਕਿ ਹੁਣ ਚੱਲਣ ਦਾ ਸਮਾਂ ਆ ਗਿਆ ਹੈ। ਜਿਹੜੇ ਵੀ ਸੰਸਾਰੀ ਸੰਬੰਧੀ ਜਾਂ ਪਰਿਵਾਰ ਵਾਲੇ ਹਾਜ਼ਰ ਸਨ, ਸਭ ਨੂੰ ਕਿਹਾ ਕਿ ਹੁਣ ਚੱਲਣ ਦਾ ਸਮਾਂ ਆ ਗਿਆ ਹੈ। ਹੁਣ ਹੋਰ ਗੱਲਾਂ ਬੰਦ ਕਰਕੇ ਬਾਣੀ ਸੁਣੋ ਅਤੇ ਸੁਣਾਵੋ। ਉਹਨਾਂ ਨੇ ਇਹ ਕਹਿ ਕੇ ਜਪਜੀ ਸਾਹਿਬ ਦਾ ਪਾਠ ਆਰੰਭ ਕਰਵਾਇਆ। ਚੱਲ ਰਹੇ ਪਾਠ ਵਿੱਚ ਇੱਕ ਦੋ ਸੰਸਾਰੀ ਸੰਬੰਧੀਆਂ ਨੇ ਹਲਕਾ ਹਲਕਾ ਹੌਲੀ ਹੌਲੀ ਆਵਾਜ਼ ਵਿੱਚ ਰੋਣਾ ਸ਼ੁਰੂ ਕਰ ਦਿੱਤਾ। ਮਾਤਾ ਜੀ ਨੇ ਸੋਦਰ ਦੀ ਪੌੜੀ ਪੂਰੀ ਹੋਣ ਉਪਰੰਤ ਪਾਠ ਕਰਨ ਵਾਲੇ ਨੂੰ ਰੋਕਿਆ ਅਤੇ ਸਭਨਾਂ ਨੂੰ ਕਿਹਾ ਕਿ ਜਿਨ੍ਹਾਂ ਨੇ ਰੋਣਾ ਹੈ ਬਾਹਰ ਚਲੇ ਜਾਓ, ਜਿਨ੍ਹਾਂ ਨੇ ਬਾਣੀ ਸੁਣਨੀ ਜਾਂ ਸੁਣਾਉਣੀ ਹੈ ਉਹੀ ਅੰਦਰ ਰਹੋ। ਰੋਣ ਨਾਲ ਸੁਰਤ ਵਿੱਚ ਵਿਘਨ ਪੈਂਦਾ ਹੈ। ਇਹ ਕਹਿ ਕੇ ਸੋਦਰ ਤੋਂ ਅੱਗੇ ਪਾਠ ਆਰੰਭ ਕਰਵਾਇਆ। ਜਪਜੀ ਸਾਹਿਬ ਦਾ ਪਾਠ ਪੂਰਾ ਹੋਣ ਤੇ ਦੇਖਿਆ ਗਿਆ ਤਾਂ ਮਾਤਾ ਜੀ ਚਲਾਣਾ ਕਰ ਚੁੱਕੇ ਸਨ। ਮਾਤਾ ਜੀ ਦੀ ਸੁਰਤ ਅੰਤ ਸਮੇਂ ਪੂਰੀ ਤਰ੍ਹਾਂ ਗੁਰ ਸ਼ਬਦ ਵਿੱਚ ਲੀਨ ਸੀ। ਮਾਤਾ ਜੀ ਪਰਿਵਾਰ ਤੋਂ, ਸੰਸਾਰ ਤੋਂ ਅੰਤ ਸਮੇਂ ਇੰਨਾ ਨਿਰਮੋਹ ਅਤੇ ਗੁਰਬਾਣੀ ਵਿੱਚ ਇੰਨਾ ਇਕਾਗਰ ਕਿਵੇਂ ਹੋ ਗਏ ਅਤੇ ਇਸ ਦੀ ਮਹਾਨਤਾ ਕੀ ਹੈ ਬਾਰੇ ਸਮਝ ਲੈਣਾ ਕੁਥਾ ਨਹੀਂ ਹੋਵੇਗਾ। ਅੰਤ ਸਮੇਂ ਸੁਰਤ ਦੇ ਟਿਕਾ ਦਾ ਕੀ ਨਤੀਜਾ ਹੁੰਦਾ ਹੈ, ਇਸ ਬਾਰੇ ਭਗਤ ਤਿਰਲੋਚਨ ਜੀ ਦੱਸਦੇ ਹਨ। ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵਲ ਵਲ ਅਵਤਰੈ। ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ ਰਹਾਉ। ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬੇਸਵਾ ਜੋਨ ਵਲ ਵਲ ਅਵਤਰੈ। ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸ਼ੂਕਰ ਜੋਨ ਵਲ ਵਲ ਅਵਤਰੈ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਵਲ ਵਲ ਅਵਤਰੈ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਤਿਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੇ ਹਿਰਦੈ ਬਸੈ। ਭਗਤ ਤਿਰਲੋਚਨ ਜੀ ਇਸ ਸ਼ਬਦ ਰਾਹੀਂ ਸਾਨੂੰ ਸਮਝਾਉਂਦੇ ਹਨ ਕਿ ਅੰਤ ਸਮੇਂ ਮਨੁੱਖ ਦੀ ਸੁਰਤ ਜਿਹੋ ਜਿਹੀ ਥਾਂ ਤੇ ਗਈ ਹੋਵੇ, ਉਸ ਅਨੁਸਾਰ ਮਨੁੱਖ ਅਗਲਾ ਜਨਮ ਲੈਂਦਾ ਹੈ। ਭਗਤ ਜੀ ਕਹਿੰਦੇ ਹਨ ਕਿ ਅੰਤ ਸਮੇਂ ਜਿਸ ਮਨੁੱਖ ਦੀ ਸੁਰਤ ਮਾਇਆ ਵਿੱਚ ਹੋਵੇ, ਮਾਇਆ ਨੂੰ ਕਿਸੇ ਤਰੀਕੇ ਨਾਲ ਵੀ ਮਨ ਵਿੱਚ ਯਾਦ ਕਰ ਰਿਹਾ ਹੋਵੇ, ਉਹ ਬਾਰ-ਬਾਰ ਸੱਪ ਦੀ ਜੂਨ ਵਿੱਚ ਪੈਂਦਾ ਹੈ
ਆਪਣੀ ਦੱਬੀ ਹੋਈ ਮਾਇਆ ਦੀ ਰਾਖੀ ਕਰਦਾ ਹੈ। ਭਗਤ ਜੀ ਕਹਿੰਦੇ ਹਨ ਕਿ ਰੀ ਬਾਈ ਭਾਵ ਹੈ ਭੈਣ, ਵਾਹਿਗੁਰੂ ਦਾ ਨਾਮ ਕਦੇ ਵੀ ਵਿਸਰਨਾ ਨਹੀਂ ਚਾਹੀਦਾ। ਨਾਮ ਨੂੰ ਵਿਸਾਰ ਕੇ ਹੀ ਜੂਨਾਂ ਵਿੱਚ ਪੈ ਕੇ ਦੁੱਖ ਸਹਿਣੇ ਪੈਂਦੇ ਹਨ। ਅੰਤ ਸਮੇਂ ਜੇ ਕਿਸੇ ਦੀ ਸੁਰਤ ਇਸਤਰੀ ਵਿੱਚ ਹੋਵੇ, ਇਸਤਰੀ ਦੀ ਚਿੰਤਾ ਖਿਆਲ ਕਿਸੇ ਵੀ ਤਰ੍ਹਾਂ ਮਨ ਵਿੱਚ ਹੋਵੇ, ਤਾਂ ਇਸ ਵਾਸ਼ਨਾ ਕਾਰਨ ਬੇਸਵਾ ਦੀ ਜੂਨ ਵਿੱਚ ਪੈ ਜਾਂਦਾ ਹੈ, ਤਾਂ ਜੋ ਇਸ ਵਾਸ਼ਨਾ ਦੀ ਪੂਰਤੀ ਹੋ ਸਕੇ। ਅੰਤ ਸਮੇਂ ਜੇ ਕਿਸੇ ਦੀ ਸੁਰਤ ਆਪਣੇ ਪੁੱਤਰ ਵਿੱਚ ਹੋਵੇ, ਪੁੱਤਰ ਦੀ ਚਿੰਤਾ ਖਿਆਲ ਕਿਸੇ ਵੀ ਤਰ੍ਹਾਂ ਮਨ ਵਿੱਚ ਹੋਣ, ਉਹ ਸੂਰੀ ਦੀ ਜੂਨ ਵਿੱਚ ਪੈ ਜਾਂਦਾ ਹੈ, ਜੋ ਕਿੰਨੇ ਹੀ ਬੱਚਿਆਂ ਨੂੰ ਜਨਮ ਦਿੰਦੀ ਰਹਿੰਦੀ ਹੈ। ਇਸ ਤਰ੍ਹਾਂ ਉਸ ਦੀ ਅੰਤ ਸਮੇਂ ਦੀ ਖਾਹਿਸ਼ ਪੂਰੀ ਹੁੰਦੀ ਹੈ। ਅੰਤ ਸਮੇਂ ਜਿਸ ਦੀ ਸੁਰਤ ਮਕਾਨ ਵਿੱਚ ਹੋਵੇ, ਮਕਾਨ ਦੀ ਚਿੰਤਾ ਅਤੇ ਖਿਆਲ ਮਨ ਵਿੱਚ ਹੋਣ, ਤਾਂ ਉਹ ਇਸ ਖਾਹਿਸ਼ ਦੀ ਪੂਰਤੀ ਲਈ ਪ੍ਰੇਤ ਦੀ ਜੂਨ ਵਿੱਚ ਪੈ ਜਾਂਦਾ ਹੈ ਅਤੇ ਉਸ ਮਕਾਨ ਵਿੱਚ ਰਹਿਣ ਲੱਗ ਪੈਂਦਾ ਹੈ। ਅੰਤ ਸਮੇਂ ਜਿਸ ਦੀ ਸੁਰਤ ਪਰਮਾਤਮਾ ਵਿੱਚ ਹੋਵੇ ਅਤੇ ਇਹੀ ਚਿੰਤਾ ਮਨ ਵਿੱਚ ਹੋਵੇ ਕਿ ਵਾਹਿਗੁਰੂ ਦਾ ਨਾਮ ਨਾ ਵਿਸਰ ਜਾਵੇ। ਭਗਤ ਤਿਰਲੋਚਨ ਜੀ ਉਸ ਬਾਰੇ ਕਹਿੰਦੇ ਹਨ ਕਿ ਉਹ ਮਨੁੱਖ ਮੁਕਤ ਹੋ ਜਾਂਦਾ ਹੈ, ਕਿਉਂਕਿ ਪਰਮਾਤਮਾ ਉਸ ਦੇ ਮਨ ਵਿੱਚ ਵਸਿਆ ਹੁੰਦਾ ਹੈ। ਸੁਰਤ ਵਾਹਿਗੁਰੂ ਵਿੱਚ ਸਮਾਈ ਹੋਣ ਕਾਰਨ ਇਸ ਖਾਹਿਸ਼ ਦੀ ਪੂਰਤੀ ਉਸ ਨੂੰ ਸਦਾ ਲਈ ਵਾਹਿਗੁਰੂ ਦੇ ਵਿੱਚ ਸਮਾਈ ਦੇ ਦਿੰਦੀ ਹੈ। ਮਾਤਾ ਜੀ ਅੰਤ ਸਮੇਂ ਅੰਮ੍ਰਿਤਮਈ ਬਾਣੀ ਵਿੱਚ ਚਿੱਤ ਜੋੜ ਕੇ ਵਾਹਿਗੁਰੂ ਨਾਲ ਇਕਮਿਕ ਹੋ ਗਏ, ਵਾਹਿਗੁਰੂ ਵਿੱਚ ਹੀ ਸਮਾ ਗਏ, ਆਪਣਾ ਜਨਮ ਸਵਾਰ ਗਏ। ਭਾਵੇਂ ਸੰਤ ਜੀ ਨੇ ਇਹ ਗੱਲ ਨਹੀਂ ਕਹੀ ਸੀ, ਪਰ ਬਿਲਕੁਲ ਪ੍ਰਤੱਖ ਹੈ। ਹਰ ਜਨ ਪਰਿਵਾਰ ਸਧਾਰ ਹੈ, ਇੱਕੀ ਕੁਲੀ ਸਭ ਜਗਤ ਛਡਾਵੈ ਵਾਲਾ ਹੀ ਚੋਜ ਵਰਤਿਆ ਸੀ। ਨਹੀਂ ਤਾਂ ਅੰਤ ਸਮੇਂ ਬਿਰਤੀ ਨਾਮ ਬਾਣੀ ਵਿੱਚ ਕਿੱਥੇ ਆਉਂਦੀ ਹੈ? ਜੇ ਆਉਂਦੀ ਹੈ, ਸਿਰਫ ਤਾਂ ਹੀ ਆਉਂਦੀ ਹੈ ਜੇ ਸਾਰੀ ਉਮਰ ਇੱਕ ਰਸ ਨਾਮ ਦੀ ਅਥਾਹ ਕਮਾਈ ਕੀਤੀ ਹੋਵੇ, ਜਾਂ ਫਿਰ ਉਹਨਾਂ ਗੁਰਮੁਖਾਂ ਦਾ ਸਦਕਾ ਜਿਵੇਂ ਗੁਰਵਾਕ ਹੈ, ਜੋ ਮਿਲਿਆ ਹਰ ਦੀ ਬਾਣ ਸਿਉ ਸੋ ਸਭਨੀ ਦੀ ਬਾਣੀ ਮਿਲਿਆ। ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸ ਕੈ ਮੂੰਹ ਡਿਠੈ ਸਭ ਪਾਪੀ ਤਰਿਆ। ਜਿਸ ਦੀ ਵਾਹਿਗੁਰੂ ਦੀ ਬਾਣ ਭਾਵ ਹਾਕਮ, ਜਿਸ ਦਾ ਸਭ ਉੱਤੇ ਹੁਕਮ ਚੱਲਦਾ ਹੈ, ਨਾਲ ਬਣ ਆਵੇ, ਉਸ ਦੀ ਆਪਣੇ ਆਪ ਹੀ ਸੁਭਾਵਕ ਹੀ ਸਭ ਹੁਕਮਰਾਨਾਂ ਨਾਲ ਬਣ ਆਉਂਦੀ ਹੈ, ਕਿਉਂਕਿ ਸਭ ਹੁਕਮਰਾਨ ਵਾਹਿਗੁਰੂ ਦੇ ਹੀ ਅਧੀਨ ਹਨ। ਉਹ ਸਭ ਥਾਈਂ ਹੀ ਸੁਰਖਰੂ ਹੁੰਦੇ ਹਨ। ਉਹਨਾਂ ਦਾ ਲੇਖਾ ਜੋਖਾ ਇਸ ਦੁਨੀਆ ਵਿੱਚ ਰਹਿੰਦੇ ਹੋਏ ਹੀ ਮੁੱਕ ਜਾਂਦਾ ਹੈ। ਸਾਰੇ ਪਾਪਾਂ ਦਾ ਨਾਸ ਹੋ ਕੇ, ਲੇਖਾ ਜੋਖਾ ਖਤਮ ਹੋ ਕੇ ਉਹਨਾਂ ਦੀ ਬਿਰਤੀ ਸੰਸਕਾਰ ਰਹਿਤ ਹੋ ਜਾਂਦੀ ਹੈ, ਤਾਂ ਹੀ ਗੁਰ ਸ਼ਬਦ ਵਿੱਚ ਸਮਾਈ ਹੁੰਦੀ ਹੈ। ਉਹ ਆਪ ਇਸ ਤਰ੍ਹਾਂ ਜੀਵਨ ਮੁਕਤ ਹੋ ਜਾਂਦੇ ਹਨ। ਉਹਨਾਂ ਦੀ ਨਾਮ ਦੀ ਘਾਲਣਾ ਦਾ ਪ੍ਰਤਾਪ ਇੰਨਾ ਮਹਾਨ ਹੁੰਦਾ ਹੈ ਕਿ ਉਹਨਾਂ ਦਾ ਦਰਸ਼ਨ ਕਰਕੇ ਦਰਸ਼ਨ ਕਰਨ ਵਾਲੇ ਸਾਰੇ ਪਾਪੀ ਮਨੁੱਖਾਂ ਦਾ ਵੀ ਉਧਾਰ ਹੋ ਜਾਂਦਾ ਹੈ। ਪੂਰਨ ਗੁਰਮੁਖਾਂ ਸਾਧਾਂ ਦੀ ਸੰਗਤ ਵਿੱਚ ਬਹੁਤ ਵੱਡੀਆਂ ਘਾਲਣਾਵਾਂ ਦੀ ਲੋੜ ਨਹੀਂ ਰਹਿ ਜਾਂਦੀ। ਉਹਨਾਂ ਦੇ ਦਰਸ਼ਨਾਂ ਨਾਲ ਹੀ ਦਰਸ਼ਨ ਕਰਨ ਵਾਲੇ ਪਾਪੀ ਮਨੁੱਖ ਨਿਹਾਲ ਹੋ ਜਾਂਦੇ ਹਨ। ਉਹਨਾਂ ਦੀ ਸੰਗਤ ਵਿੱਚ ਥੋੜ੍ਹੀ ਘਾਲਣਾ ਹੀ ਬੜੀ ਪ੍ਰਫੁੱਲਤ ਹੋ ਜਾਂਦੀ ਹੈ ਅਤੇ ਉਹਨਾਂ ਦਾ ਨਿਸਤਾਰਾ ਹੋ ਜਾਂਦਾ ਹੈ।
ਅੰਤ ਸਮੇਂ ਵਾਹਿਗੁਰੂ ਵਿੱਚ ਬਿਰਤੀ ਦੀ ਇਹੋ ਜਿਹੀ ਸਾਵਧਾਨਤਾ ਸਹਿਤ ਇਕਾਗਰਤਾ ਤਾਂ ਕਿਸੇ ਵਿਸ਼ੇਸ਼ ਕੇਸ ਵਿੱਚ ਹੀ ਹੋ ਸਕਦੀ ਹੈ। ਸਧਾਰਨ ਤੌਰ ਤੇ ਇਸ ਤਰ੍ਹਾਂ ਕਦੇ ਨਹੀਂ ਹੁੰਦਾ। ਇਸ ਥਾਂ ਤੇ ਇਹ ਸਤਿਗੁਰੂ ਜੀ ਦੇ ਪੂਰਨ ਭਗਤ ਸੰਤ ਬਾਬਾ ਜੀ ਦਾ ਹੀ ਪ੍ਰਤਾਪ ਸੀ। ਪੁਰਾਤਨ ਗੁਰਸਿੱਖਾਂ ਦੀ ਵਿਚਾਰ ਸੀ ਕਿ ਸਿਧਾਂਤਕ ਤੌਰ ਤੇ ਨਾਮ ਜਪ ਕੇ ਹੀ ਕਿਸੇ ਦਾ ਉਧਾਰ ਹੋ ਸਕਦਾ ਹੈ, ਪਰੰਤੂ ਸੰਸਾਰ ਤੇ ਬਹੁਤ ਥੋੜੇ ਵਿਅਕਤੀ ਅਜਿਹੇ ਆਉਂਦੇ ਹਨ ਜਿਹੜੇ ਨਾਮ ਦੀ ਇੰਨੀ ਵੱਡੀ ਅਟੁੱਟ ਕਮਾਈ ਕਰਦੇ ਹਨ, ਜਿਸ ਦਾ ਸਦਕਾ ਉਹਨਾਂ ਨੂੰ ਜੀਵਨ ਮੁਕਤ ਹੋ ਜਾਣ ਦੀ ਪਰਮ ਪਦਵੀ ਪ੍ਰਾਪਤ ਹੋ ਜਾਂਦੀ ਹੈ। ਬਾਕੀ ਬਹੁਤ ਸੰਗਤ ਦਾ ਨਿਸਤਾਰਾ ਅਜਿਹੇ ਗੁਰਮੁਖਾਂ ਦੀ ਸੰਗਤ ਸਦਕਾ ਹੁੰਦਾ ਹੈ। ਉਹਨਾਂ ਦੀ ਨਾਮ ਜਪਣ ਦੀ ਥੋੜੀ ਜਿਹੀ ਕਮਾਈ ਹੀ ਬਹੁਤ ਫਲਦਾਇਕ ਹੋ ਜਾਂਦੀ ਹੈ ਅਤੇ ਉਪਰੋਕਤ ਅਨੁਸਾਰ ਉਹਨਾਂ ਦਾ ਉਧਾਰ ਹੋ ਜਾਂਦਾ ਹੈ। ਇੱਥੇ ਵੀ ਬਾਬਾ ਜੀ ਦੀ ਕਮਾਈ ਦਾ ਪ੍ਰਤਾਪ ਪ੍ਰਤੱਖ ਰੂਪ ਵਿੱਚ ਸਾਹਮਣੇ ਆਇਆ ਕਿ ਕਿਵੇਂ ਮਾਤਾ ਜੀ ਨੂੰ ਚੱਲਣ ਦਾ ਸਹੀ ਵੇਲਾ ਸਮਝ ਆਇਆ, ਕਿੰਨੀ ਲਗਨ ਨਾਲ ਬਾਣੀ ਸੁਣੀ, ਕੋਈ ਹਾਏ ਦੁਹਾਏ ਨਹੀਂ ਕੀਤੀ, ਕੋਈ ਪੀੜ ਨਹੀਂ ਝੱਲੀ, ਕਿਸੇ ਤੋਂ ਮੂੰਹ ਵਿੱਚ ਪਾਣੀ ਨਹੀਂ ਪਵਾਇਆ ਅਤੇ ਕੋਈ ਮੋਹ ਮਮਤਾ ਨੇੜੇ ਨਾ ਆਈ। ਪ੍ਰਤੱਖ ਦਿਸਦਾ ਹੈ ਕਿ ਕਾਲ ਉਹਨਾਂ ਦੇ ਨੇੜੇ ਨਹੀਂ ਆਇਆ। ਰੱਬ ਦੀ ਰਜ਼ਾ ਅਨੁਸਾਰ ਸਰੀਰ ਛੱਡ ਕੇ ਚਲੇ ਗਏ, ਸੱਚਖੰਡ ਵਾਸੀ ਬਣ ਗਏ। ਇਹ ਉਹਨਾਂ ਦਾ ਕੋਈ ਪੂਰਬਲੇ ਜਨਮਾਂ ਦਾ ਫਲ ਅਜਿਹੇ ਗੁਰਮੁਖ ਸੁਪੁੱਤਰ ਦੀ ਸੰਗਤ ਦੇ ਪ੍ਰਤਾਪ ਰਾਹੀਂ ਪ੍ਰਗਟ ਹੋਇਆ।